देश दुनिया च वसदे पंजाबियों को जी आया। मैं हरजिंदर सिंह रंधावा, तुम देख रहे हो पंजाब टेलीविजन और मेरे नाल ने सरदार नरिंदरपाल सिंह। सरदार साहब, आखिर उही वापर गया जिहदा फिक्र करते सा, जिहदा डर सी। बिल्कुल, जो साडे खदशे सी कि कुछ ना कुछ जरूर हो जाएगा। सिख एक बेहतरीन कौम है जी। और अणखीला सुभाव है, असीं बड़ियां टारा भी मारते हैं जी। आखिर की गल है कि असीं पग्गां भी एक दूजे दी आपे ही उछालते हैं। बिल्कुल, और खास करके उछालते भी उस जगह ते है जिथों ये आवाज़ उठती है कि किते किसी गैर सूबे दे विच भी, किसी विदेश दे विच भी किसी सिख की पग नूं कोई हथ पावे ते जिथों आवाज़ उठाई जाती है उत्थे ही सारा कुछ हुंदा। फिर आखिर ये की हालात ने कि जिहड़ी कौम कदे बहादरी दीयां टारा मारदी सी, जी, अज उस कौम दा अपना संकट अपने कोलों ही नहीं हल हो रहा। अज साडे अपने मसले असीं गुरमत दी रोशनी दे विच तां की अज सरदार साहब जिहड़ा जो दरबार साहब परिसर दे विच वापरदा जी। है, ਉਹਦੇ ਆਲੇ ਦੁਆਲੇ ਘੇਰਿਆਂ 'ਚ ਵਾਪਰਦਾ ਹੈ, ਉਹਦੇ ਕਈ ਪਹਿਲੂ ਆ। ਜੇ ਦੇਖਦੇ ਆ ਉਹਨੂੰ ਅਸੀਂ ਅਧਿਆਤਮਕ ਦੇ ਨਜ਼ਰੀਏ ਤੋਂ ਵੀ ਦੇਖੀਏ, ਗੁਰਮਤ ਦੇ ਨਜ਼ਰੀਏ ਜੀ, ਦੂਜੇ ਬੰਨੇ ਅਸੀਂ ਉਹਨੂੰ ਪ੍ਰਬੰਧ ਦੇ ਨਜ਼ਰੀਏ ਤੋਂ ਦੇਖੀਏ ਜੀ, ਤੀਜੇ ਬੰਨੇ ਸਿਆਸਤ ਦੇ ਨਜ਼ਰੀਏ ਤੋਂ ਦੇਖੀਏ ਤੇ ਚੌਥਾ ਅੱਜ ਸੁਣਿਆ ਹੈ ਕਿ ਜਿਹੜੇ ਮੀਡੀਆ ਹਾਊਸਸ ਦੇ ਮਾਲਕ ਸੀਗੇ ਉਹ ਬੜੇ ਅੱਗ ਬਬੂਲੇ ਹੋਏ। हाँ, ਜਦੋਂ ਉਹਨਾਂ ਦੇ ਪੱਤਰਕਾਰਾਂ ਦੇ ਉੱਤੇ ਵੀ ਉਹੀ ਵਰਤਾਰਾ ਕੀਤਾ ਗਿਆ। ਬੜੀਆਂ ਅਪੁਸ਼ਟ ਨਹੀਂ ਕਵਾਂਗੇ ਇਹਨਾਂ ਨੂੰ, ਇਹ ਬੜੀ ਸਾਫ਼ ਜੀ ਗੱਲ ਹੈ ਕਿ ਕਈ ਮੀਡੀਆ ਹਾਊਸਸ ਦੇ ਮਾਲਕਾਂ ਨੇ ਡਾਇਰੈਕਟ ਸ਼੍ਰੋਮਣੀ ਕਮੇਟੀ ਨੂੰ ਟੈਲੀਫੋਨਿਕਲੀ ਕਿਹਾ ਕਿ ਜੇ ਇੰਜ ਸਾਡੇ ਲੋਕਾਂ ਤੇ ਵੀ ਹਮਲੇ ਹੋਣੇ ਆ। ਔਰ ਉਹਨਾਂ ਦੇ ਜਿਹੜੇ ਦੇਖੋ ਅੱਜ ਜਿਹੜਾ ਪੱਤਰਕਾਰ ਖਾਸ ਕਰਕੇ ਜਿਹੜੇ ਬਿਊਰੋ ਚੀਫ ਨੇ ਜਾਂ ਜ਼ਿਲ੍ਹਾ ਇੰਚਾਰਜ ਮੰਨੇ ਜਾਂਦੇ ਨੇ, ਉਹਨਾਂ ਦਾ ਜਿਹੜਾ ਵਤੀਰਾ ਸੀ ਉਹ ਕੋਈ ਐਡਾ ਮੈਂ ਜਿਹਨੂੰ ਤਰਕ ਕਦੇ ਨਹੀਂ ਦੇਖਿਆ ਜੀ। ਹਮੇਸ਼ਾ ਉਹ ਜਿਹਨੂੰ ਕਹਿੰਦੇ ਨਾ ਕਿ ਇੱਕ ਕੰਪਰੋਮਾਈਜ਼ ਜਿਹਾ ਹੁੰਦਾ ਕਿ ਚੱਲ ਯਾਰ ਕਿਸੇ ਨੇ ਗੱਲ ਕਹਿ ਲਈ ਤੇ ਕੋਈ ਗੱਲ ਨਹੀਂ ਆ। ਲੇਕਿਨ ਜਦੋਂ ਸਾਹਮਣੇ ਪਤਾ ਲੱਗਦਾ ਪਿਆ ਕਿ ਮੀਡੀਆ ਕਵਰੇਜ ਵਾਸਤੇ ਹੀ ਆਇਆ ਜੀ, ਕਵਰੇਜ ਵਾਸਤੇ ਹੀ ਮੀਡੀਆ ਨੂੰ ਸੱਦਿਆ ਜਾਂਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਚਾਰ ਦਾ ਜਿਹੜਾ ਇੱਕ ਵੱਡਾ ਹਿੱਸਾ ਹੈ, ਜਿਹੜੀ ਆਰਥਿਕ ਰਾਸ਼ੀ ਜਿਹੜੀ ਹੈ ਉਹ ਮੀਡੀਆ ਦੇ ਉੱਤੇ ਪ੍ਰਚਾਰ ਪ੍ਰਸਾਰ ਲਈ ਖਰਚੀ ਜਾਂਦੀ ਹੈ ਜੀ, ਇਸ਼ਤਿਹਾਰਬਾਜ਼ੀ ਦੇ ਰਾਹੀਂ। ਫਿਰ ਇਸ ਮੌਕੇ ਮੀਡੀਆ ਨੂੰ ਟਾਰਗੇਟ ਕਰਨਾ ਔਰ ਕਰਨਾ ਵੀ ਇੱਕ ਸੀਨੀਅਰ ਅਧਿਕਾਰੀ ਦੀ ਦੇਖ ਰੇਖ ਦੇ ਵਿੱਚ ਜੀ। ਔਰ ਉਸ ਵੇਲੇ ਥੋੜਾ ਜਿਹਾ ਮਾਲਕਾਂ ਦਾ ਤਲਖ ਹੋਣਾ ਜਾਇਜ਼ ਆ। ਜਦੋਂ ਕਿਸੇ ਕੈਮਰਾਮੈਨ ਦਾ 2.5 ਲੱਖ ਦਾ ਕੈਮਰਾ ਜਿਹੜਾ ਆ ਉਹਦਾ ਤੁਸੀਂ ਜਿਹੜਾ ਲੈਂਜ ਆ ਉਹਨੂੰ ਨੁਕਸਾਨ ਪਹੁੰਚਾਓਗੇ ਜਾਂ ਕਿਸੇ ਪੱਤਰਕਾਰ ਦੇ ਸਿੱਧਾ ਮੱਥੇ ਦੇ ਵਿੱਚ ਮਾਰੋਗੇ। ਇੱਕ ਸਰਦਾਰ ਸਾਹਿਬ ਇੱਕ ਹੋਰ ਪਹਿਲੂ ਆ ਜਿਹਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਆ। ਜੀ, ਅਸੀਂ ਕੈਮਰੇ ਤੇ ਆ, ਜ਼ਰੂਰੀ ਨਹੀਂ ਕਿ ਅਸੀਂ ਰੱਬ ਹੋ ਗਏ, ਜੀ, ਅਸੀਂ ਜੋ ਮਰਜ਼ੀ ਮੂੰਹ ਆਈਏ ਬੋਲੀਏ, ਗੱਲ ਨਹੀਂ ਬਣਦੀ। ਜੀ। ਮੈਨੂੰ ਕਈ ਵਾਰੀ ਇੰਜ ਲੱਗਦਾ ਹੈ ਕਿ ਮੰਨ ਲਓ ਕੋਈ ਸ਼ਾਂਤਮਈ ਪ੍ਰਦਰਸ਼ਨ ਕਰਦਾ ਹੈ, ਜੀ, ਅਸੀਂ ਵੀ ਕਿਤੇ ਗਲਤੀ ਕਰ ਜਾਂਦੇ ਆ, ਅਸੀਂ ਕਹਿੰਦੇ ਜੀ ਹੁਣੇ ਟਕਰਾਅ ਹੋਇਆ ਕਿ ਹੋਇਆ ਕਿ ਹੋਇਆ। ਜੀ, ਜੀ। ਸਵੇਰ ਤੋਂ ਟੀਵੀ ਚੈਨਲ ਵੀ ਇਹ ਖਬਰ ਪ੍ਰਸਾਰਿਤ ਕਰੀ ਜਾਂਦੇ ਸੀ ਕਿ ਉੱਥੇ ਬੜੀ ਤਲਖੀ ਵੱਧ ਗਈ, ਉੱਥੇ ਬੜਾ ਤਣਾਅ ਵੱਧ ਗਿਆ। ਹੁਣ ਬਾਰ-ਬਾਰ ਜਦੋਂ ਤੁਸੀਂ ਲੋਕਾਂ ਦਾ ਧਿਆਨ ਫੋਕਸ ਸਿਰਫ ਖਬਰ ਬਣਾਉਣ ਲਈ ਕਰੋਗੇ ਤੇ ਸਰਦਾਰ ਸਾਹਿਬ ਕਿਸੇ ਧਰਮ ਦੇ ਵਿੱਚ ਵੀ ਤਾਂ ਸਿੱਧੀ ਦਖਲਅੰਦਾਜ਼ੀ ਹੈ। ਬਿਲਕੁਲ। ਜੇਕਰ ਦਰਬਾਰ ਸਾਹਿਬ ਜਿੱਥੇ ਇੱਕ ਜਨ ਸਧਾਰਨ ਸ਼ਰਧਾਲੂ ਅਸੀਸ ਲੈਣ ਗਿਆ, ਜੀ, ਸ਼ੁਕਰਾਨੇ ਲਈ ਗਿਆ, ਅਰਦਾਸ ਲਈ ਗਿਆ, ਜੀ, ਉਹਦਾ ਕੀ ਕਸੂਰ ਹੈ ਕਿ ਉੱਥੇ ਕਿਰਪਾਨਾਂ ਚੱਲ ਜਾਣ ਤੇ ਉਹ ਅਗਲਾ ਉਹਦੀ ਜੱਦ ਚ ਆ ਜੇ। ਇਹ ਉਹ ਦੋ ਪਹਿਲੂ ਆ। ਇੱਕ ਤਾਂ ਪ੍ਰਬੰਧ ਕਰਨ ਵਾਲੇ ਲੋਕ ਜੀ ਨਾ ਅਹਿਲ ਸਾਬਤ ਹੋਏ, ਦੂਜੇ ਬੰਨੇ ਮੀਡੀਆ ਦੇ ਉਹ ਲੋਕ ਜਿਹੜੇ ਸੁਰਖੀ ਬਣਾਉਣ ਲਈ, ਜਿਹੜੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਦੇ ਵਿੱਚ ਉਹ ਜੋ ਹੋ ਨਹੀਂ ਰਿਹਾ ਉਹ ਦਿਖਾ ਰਹੇ ਆ। ਸਰਦਾਰ ਸਾਹਿਬ, ਉਹ ਵੀ ਸਿੱਧਾ ਕਿਸੇ ਧਰਮ 'ਚ ਦਖਲ ਆ। ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ। ਤੁਸੀਂ ਸਾਰੀ ਉਮਰ ਜਰਨਲਿਜ਼ਮ ਕੀਤੀ, ਤੁਸੀਂ ਸਮਝਦੇ ਹੋਵੋਗੇ। ਬਿਲਕੁਲ। ਸਵਾਲ ਸਿਰਫ ਇੰਨਾ ਕਾ ਕਿ ਮੀਡੀਆ ਦਾ ਇੱਕ ਹਿੱਸਾ ਉਹ ਵੀ ਹੈ ਜਿਹੜਾ ਨਾ ਤੇ ਜੇ ਵੱਡਾ ਕੈਮਰਾ ਲੈ ਕੇ ਤੁਰਦਾ ਨਾਲ, ਜੀ, ਨਾ ਉਹ ਵੇਲੇ ਕਵੇਲੇ ਵੱਡੀਆਂ ਡਾਇਰੀਆਂ ਖੋਲ ਕੇ ਤੇ ਨੋਟਿੰਗ ਕਰਦਾ ਜਿਹਦੇ 'ਚ ਮੈਂ ਵੀ ਸ਼ਾਮਲ ਆ। ਜੀ, ਅਸੀਂ ਨਾ ਮੇਰੇ ਕੋਲ ਕੋਈ ਕੈਮਰਾ ਹੁੰਦਾ, ਲੇਕਿਨ ਉਹਦੇ ਬਾਵਜੂਦ ਪ੍ਰਬੰਧਕੀ ਲੋਕ ਜਿਹੜੇ ਨੇ ਜਦੋਂ ਉਹ ਵੇਖਦੇ ਨੇ ਕਿ ਹੁਣ ਸਾਡੇ ਵੱਲ ਕੋਈ ਗੱਲ ਆ ਰਹੀ ਹੈ, ਜੀ, ਜਾਂ ਸਾਡੀ ਤਰੁੱਟੀ ਬਾਹਰ ਨਿਕਲ ਰਹੀ ਹੈ, ਉਸ ਵੇਲੇ ਉਹਨਾਂ ਨੂੰ ਵੀ ਉਹ ਬਾਹਰ ਕਰਨਾ ਸ਼ੁਰੂ ਕਰ ਦਿੰਦੇ, ਪਤਿਆਉਣਾ ਸ਼ੁਰੂ ਕਰ ਦਿੰਦੇ ਨੇ। ਪਤਿਆਉਣਾ ਵੀ ਤੇ ਵਿੱਚੇ ਸਾਰਾ ਕੁਝ ਸ਼ਾਮਲ ਹੁੰਦਾ। ਜੀ, ਲੇਕਿਨ ਜਿਹੜੀ ਗੱਲ ਤੁਸੀਂ ਸਭ ਤੋਂ ਅਹਿਮ ਗੱਲ ਕੀਤੀ ਹੈ
ਕਿ ਗੁਰਮਤ ਦੇ ਦਾਇਰੇ ਦੇ ਵਿੱਚ ਬੈਠ ਕੇ ਕਿਸੇ ਮਸਲੇ ਨੂੰ ਸੁਲਝਾਉਣਾ ਬਿਹਤਰੀਨ ਲੇਕਿਨ ਸੁਲਝਾਉਣਾ ਚਾਹੀਦਾ। ਅੱਜ ਮੈਨੂੰ ਇਸ ਮੰਚ ਤੋਂ ਇਹ ਕਹਿਣ ਦੇ ਵਿੱਚ ਕੋਈ ਸ਼ਰਮ ਨਹੀਂ ਹੈ ਕਿ ਜਦੋਂ ਅਸੀਂ ਦਰਵਾਜ਼ੇ ਆਪ ਹੀ ਬੰਦ ਕਰ ਲਏ, ਬਿਲਕੁਲ ਗਲਤ ਕੀਤਾ, ਜਦੋਂ ਨਹੀਂ ਗੱਲਬਾਤ ਦੇ ਦਰਵਾਜ਼ੇ ਬੰਦ ਕਰ ਲੈਣੇ ਨਹੀਂ ਆ। ਕੀਤੇ। ਬਾਕੀ ਤੇ ਗੱਲਾਂ ਛੱਡੋ, ਬਾਕੀ ਤੁਹਾਡਾ ਪ੍ਰਬੰਧਕੀ ਦਫ਼ਤਰ ਆ, ਤੁਸੀਂ ਉਹਨੂੰ ਤਾਲਾ ਲਾ ਕੇ ਰੱਖੋ। ਤੇਜਾ ਸਿੰਘ ਸਮੁੰਦਰੀ ਹਾਲ ਨੂੰ ਵੈਸੇ ਵੀ ਸਾਰਾ ਦਿਨ ਨਹੀਂ ਖੁੱਲਦਾ, ਉਹ ਗੇਟ ਬਾਹਰਲਾ ਜੀ, ਉਹ ਗੇਟ ਉਦੋਂ ਖੁੱਲਦਾ ਜਦੋਂ ਕੋਈ ਸਕੱਤਰ ਸਾਹਿਬ ਜਾਣੇ ਹੋਣ, ਪ੍ਰਧਾਨ ਸਾਹਿਬ ਦੀ ਗੱਡੀ ਹੋਣੀ ਹੋਵੇ ਜਾਂ ਕਿ ਮੈਂਬਰ ਦੀ ਗੱਡੀ, ਉਦੋਂ ਖੁੱਲਦਾ। ਅਦਰਵਾਈਜ਼ ਜਿਹੜੇ ਛੋਟੇ ਮੋਟੇ ਮੁਲਾਜ਼ਮ ਨੇ ਉਹ ਤੇ ਛੋਟੇ ਗੇਟ ਤੋਂ ਨਹੀਂ ਨਿਕਲਦੇ ਜੀ, ਉਸ ਗੇਟ ਦਾ ਬੰਦ ਹੋਣਾ ਜਾਂ ਖੁੱਲੇ ਹੋਣਾ ਕੋਈ ਏਡੀ ਮਹਾਨਤਾ ਨਹੀਂ ਰੱਖਦਾ ਜੀ। ਲੇਕਿਨ ਜਦੋਂ ਤੁਸੀਂ ਪਹਿਲਾਂ ਕਿਸੇ ਨੇ ਤੁਹਾਨੂੰ ਕਹਿ ਦਿੱਤਾ ਆ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ, ਤੁਸੀਂ ਗਲਤ ਹੋ ਗਏ ਹੋ, ਜੀ, ਫਿਰ ਸਭ ਤੋਂ ਪਹਿਲਾਂ ਜਿਹੜਾ ਉਸ ਨੂੰ ਗੁਰਮਤ ਦੇ ਦਾਇਰੇ 'ਚ ਲਿਆਉਣ ਤੋਂ ਪਹਿਲਾਂ ਸਿਆਸੀ ਰੰਗਤ ਦੇਣ ਵਾਲੇ ਉਹ ਲੋਕ ਨੇ ਜਿਹੜੇ ਸਾਡੀਆਂ ਇਹਨਾਂ ਸੰਸਥਾਵਾਂ ਦੇ ਉੱਤੇ ਕਾਬਜ਼ ਨੇ। ਸਭ ਤੋਂ ਵੱਡੀ ਜ਼ਿੰਮੇਵਾਰੀ ਸਰਦਾਰ ਸਾਹਿਬ ਉਹਨਾਂ ਲੋਕਾਂ ਦੀ ਹੈ ਜਿਹੜੇ ਲੋਕਾਂ ਨੇ ਉੱਥੇ ਪ੍ਰਬੰਧ ਸੰਭਾਲਿਆ ਹੋਇਆ। ਬਿਲਕੁਲ, ਹਰ ਧਿਰ ਨੂੰ ਸੈਟੀਸਫਾਈ ਕਰਨਾ, ਹਾਂ, ਹਰ ਪੰਥਕ ਧਿਰ ਨੂੰ ਨਾਲ ਲੈਣਾ ਉਹਨਾਂ ਦੀ ਜ਼ਿੰਮੇਵਾਰੀ ਹੈ। ਇਹ ਜਿਹੜਾ ਹਰ ਪੰਥਕ ਧਿਰ ਨੂੰ ਨਾਲ ਲੈਣਾ, ਇਹ ਬੜੇ ਚਿਰ ਤੋਂ ਇਹ ਜਿਹੜਾ ਸਬੰਧ ਹੈ ਇਹ ਪ੍ਰਥਾ ਮੁੱਕ ਗਈ ਹੈ, ਪ੍ਰਥਾ ਮੁੱਕ ਚੁੱਕੀ ਹੋਈ ਹੈ। ਵੈਸੇ ਬੜਾ ਸੌਖਾ ਜਿਹਾ ਸਵਾਲ ਸੀ ਦੋਸਤੋ, ਮੈਨੂੰ ਗੁਰਮਤ ਦੀ ਜ਼ਿਆਦਾ ਸਮਝ ਨਹੀਂ ਉਨੀ ਕੀ ਹੈ ਜਿੰਨੀ ਇੱਕ ਜਨ ਸਧਾਰਨ ਆਮ ਬੰਦੇ ਨੂੰ ਹੁੰਦੀ ਹੈ, ਲੇਕਿਨ ਇਹ ਇੱਕ ਬੜਾ ਕਾਮਨ ਫੈਕਟਰ ਆ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹ ਰਿਪੋਰਟ ਦਿੰਦੇ ਆ ਸ਼੍ਰੋਮਣੀ ਕਮੇਟੀ ਨੂੰ ਅਗਲੀ ਕਾਰਵਾਈ ਲਈ, ਕਿੰਨਾ ਚੰਗਾ ਹੁੰਦਾ ਜੇਕਰ ਉਹ ਇੱਕ 5 ਜਾਂ 6 ਮੈਂਬਰੀ ਕਮੇਟੀ ਖੁਦ ਹੀ ਕਾਇਮ ਕਰ ਦਿੰਦੇ ਜਿਹਦੇ ਵਿੱਚ ਸਾਰੀਆਂ ਪੰਥਕ ਖੇਤਰ 'ਚ ਵਿਚਰਦੀਆਂ ਧਿਰਾਂ ਦਾ ਇੱਕ ਇੱਕ ਨੁਮਾਇੰਦਾ ਪਾ ਦਿੰਦੇ। ਸ਼੍ਰੋਮਣੀ ਕਮੇਟੀ ਲਈ ਵੀ ਸੌਖਾ ਸੀਗਾ ਕਿ ਜੇਕਰ ਸਾਰੀਆਂ ਧਿਰਾਂ ਦੇ ਨੁਮਾਇੰਦੇ ਉਸ ਰਿਪੋਰਟ ਦੇ ਮਾਮਲੇ 'ਚ ਅੱਗੇ ਲੈ ਕੇ ਜਾਂਦੇ, ਤਸੱਲੀ ਸਭ ਦੀ ਹੁੰਦੀ। ਇੱਥੇ ਜਿਹੜੀਆਂ ਕਮੇਟੀਆਂ ਬਣਦੀਆਂ ਉਹਦੇ ਵਿੱਚ ਵੀ ਇਹ ਦੇਖਿਆ ਜਾਂਦਾ ਕਿ ਕਿਹੜੇ ਕਿਹੜੇ ਬੰਦੇ ਨੂੰ ਵਾਰਾ ਖਾਂਦੇ ਨੂੰ ਪਾ ਲਓ। ਇਹ ਵੱਡਾ ਸਵਾਲ ਆ, ਇਤਰਾਜ਼ ਆਉਣੇ ਜਾਇਜ਼ ਨੇ। ਪ੍ਰਬੰਧਕੀ ਫੇਲੀਅਰ ਕਵਾਂਗੇ ਕਿ ਅਸੀਂ ਮਸਲੇ ਨੂੰ ਸਮਾਂ ਰਹਿੰਦਿਆਂ ਟੈਕਲ ਨਹੀਂ ਕਰ ਸਕੇ। ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਫੈਸਲੇ ਤੱਕ ਤੇ ਅਸੀਂ ਬਹੁਤ ਦੂਰ ਤੱਕ ਗਏ ਜੀ। ਜਿਸ ਦਿਨ 26 ਜੂਨ ਵਾਲੇ ਦਿਨ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਇਹ ਦੋਸ਼ ਲਾਇਆ ਸੀ, ਜੀ, ਦੋਸ਼ ਵੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਨਹੀਂ ਸੀ ਲਿਖੀ, ਉਹਨਾਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ ਕਿ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠ ਜਿਹੜਾ ਅਦਾਰਾ ਆ ਉੱਥੇ ਆ ਜਿਹੜੀ ਘਟਨਾ ਵਾਪਰੀ ਆ ਜੀ, ਕਿ ਸਾਨੂੰ ਖਦਸ਼ਾ ਕਿ ਇੰਨੇ ਪਾਵਨ ਸਰੂਪ ਜਿਹੜੇ ਨੇ ਗਾਇਬ ਨੇ। ਉਸ ਵੇਲੇ ਸਭ ਤੋਂ ਪਹਿਲਾਂ ਜਿਹੜਾ ਬਿਆਨ ਆਉਂਦਾ ਔਰ ਸੀਨੀਅਰ ਆਗੂ ਆ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਹੁਦੇਦਾਰ ਨੇ ਜਿਹੜੇ ਇਹ ਕਹਿੰਦੇ ਨੇ ਕਿ ਇਹ ਸਿਰਫ ਤੇ ਸਿਰਫ ਇੱਕ ਸਿਆਸੀ ਮਾਈਲੇਜ ਹੈ, ਇਹਨਾਂ ਲੋਕਾਂ ਨੂੰ ਕੋਈ ਅਧਿਕਾਰ ਨਹੀਂ ਹੈ ਧਾਰਮਿਕ ਮਾਮਲਿਆਂ 'ਚ ਦਖਲ ਅੰਦਾਜ਼ੀ ਕਰਨ ਦਾ। ਪਹਿਲਾਂ ਤਾਂ ਸਰਦਾਰ ਜੀ ਜਿਹੜੀ ਗੱਲ ਤੁਸੀਂ ਕਹਿਤੀ, ਇਹ ਜਿਸ ਵੀ ਅਹੁਦੇਦਾਰ ਨੇ ਇਹ ਗੱਲ ਕਹੀ, ਹਾਂ, ਉਹ ਇਹ ਭੁੱਲ ਗਏ ਕਿ ਆਖਰ ਇੱਕ ਅੱਜ ਬੜਾ ਸੀਨੀਅਰ ਮੈਂਬਰ ਰਹੇ ਨੇ, ਹੁਣ ਵੀ ਮੈਂਬਰ ਨੇ, ਹਾਂਜੀ, ਔਰਤ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ, ਅੰਮ੍ਰਿਤਸਰ ਤੋਂ ਹੀ ਨੇ, ਵੱਡੇ ਇਤਿਹਾਸ ਵਾਲੇ ਆ ਪਿੱਛੋਂ। ਉਹਨਾਂ ਦੀ ਮੈਂ ਇੱਕ ਗੱਲ ਸੁਣਦਾ ਸੀ ਕਿ ਸਾਨੂੰ ਇਹ ਸ਼ਬਦ ਜਿਹੜੇ ਆ ਗੁੰਮ ਹੋਏ ਜਾਂ ਇਹ ਨਹੀਂ ਵਰਤਣੇ ਚਾਹੀਦੇ। ਠੀਕ ਹੈ ਗੱਲ ਵੀ ਜੇ ਸਰੂਪ ਕਿਤੇ ਨਹੀਂ ਗਏ, ਸੰਗਤਾਂ ਕੋਲੇ ਨੇ, ਗੁਰੂ ਘਰਾਂ 'ਚ ਨੇ, ਤੇ ਸਾਨੂੰ ਨਹੀਂ ਮੰਨਣੇ ਚਾਹੀਦੇ। ਲੇਕਿਨ ਸਵਾਲ ਇਹ ਆ ਸਰਦਾਰ ਸਾਹਿਬ, ਕੀ ਜਦੋਂ ਕਵਲਜੀਤ ਸਿੰਘ ਆਪਣਾ ਚਾਰਜ ਛੱਡਣ ਲਈ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਉਂਦੇ ਆ, ਆਉਂਦੇ ਸ਼ਬਦ ਮੈਂ ਗਲਤ ਵਰਤ ਲਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ 'ਚ ਜਿੰਨੀ ਹੇਰਾਫੇਰੀ ਉਸ ਬੰਦੇ ਨੇ ਕੀਤੀ ਹੈ ਪੈਸਿਆਂ ਦੀ, ਆਉਂਦੇ ਲਈ ਨਹੀਂ, ਉਹ ਇੱਜ਼ਤ ਦਾ ਹੱਕਦਾਰ ਸਾਡੀ ਨਜ਼ਰ 'ਚ ਨਹੀਂ ਬੰਦਾ। ਜਦੋਂ ਉਹ ਬੰਦਾ ਜਾਂਦਾ ਹੈ ਤੇ ਜਿਹੜਾ ਦਫ਼ਤਰੀ ਸਕੱਤਰ ਸੀ, ਜਿਹੜਾ ਸਭ ਤੋਂ ਵੱਡਾ ਪ੍ਰਬੰਧਕ ਸੀ, ਉਹਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨੂੰ ਉੱਥੇ ਬਿਠਾਉਂਦਾ। ਉਹ ਇਸ ਤੋਂ ਪਹਿਲਾਂ ਕਿ ਉਹ ਹਿਊਮਨ ਰਾਈਟਸ ਵਾਲਿਆਂ ਕੋਲ ਜਾਵੇ, ਇਸ ਤੋਂ ਪਹਿਲਾਂ ਕਿ ਉਹ ਕਿਤੇ ਬਾਹਰ ਜਾ ਕੇ ਆਪਣਾ ਦੁੱਖ ਰੋਵੇ, ਉਹਨੂੰ ਪੁੱਛਦੇ ਕਿ ਭਾਈ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਨਹੀਂਗਾ, ਇਹ ਹਰ ਬੰਦੇ ਦੇ ਹਿਰਦੇ ਦਾ ਮਸਲਾ ਹੈ, ਬਿਲਕੁਲ ਹਰ ਬੰਦੇ ਦੀ ਆਸਥਾ ਦਾ ਮਸਲਾ ਹੈ, ਇਹ ਗੁਰੂ ਦਾ ਮਸਲਾ ਹੈ। ਬੈਠ ਇੱਥੇ ਬੈਠ, ਸਾਨੂੰ ਹੁਣ ਦੱਸ ਗੱਲ ਕੀ ਹੈ। ਸਰਦਾਰ ਸਾਹਿਬ, ਉਦੋਂ ਤਾਂ ਇਹ ਵੀ ਨਾ ਦੇਖਿਆ ਕਿ 9,82,000 ਦੀ ਵੇਲੇ ਜਦੋਂ ਉਹ ਸੌਦੇ ਹੋਏ, ਜਦੋਂ ਨੈਗੋਸੀਏਸ਼ਨਾਂ ਹੋਈਆਂ, ਜਦੋਂ 6% ਵਿਆਜ ਲੱਗੇ, ਉਦੋਂ ਵੀ ਨਾ ਸੋਚਿਆ। ਉਦੋਂ ਉਹ ਬੰਦੇ ਕੀ ਕਰਦੇ ਰਹਿ ਗਏ
ਕਿੰਨੇ ਉਹਨਾਂ ਨੂੰ ਆਗਿਆ ਦਿੱਤੀ? ਸੋ ਸਰਦਾਰ ਜੀ ਇਹ ਸਵਾਲ ਆ ਕਿ ਜਦੋਂ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹੋ ਉਦੋਂ ਉਹ ਦਫ਼ਤਰੀ ਸਕੱਤਰ ਜਿਨ੍ਹਾਂ ਦੀ ਨੋਟਿੰਗ ਹੁੰਦੀ ਉੱਪਰ ਤੱਕ ਜਾਂਦੀ ਹੈ ਤੇ ਉੱਤੋਂ ਥੱਲੇ ਨੂੰ ਆਉਂਦੀ ਹੈ, ਉਸ ਵੇਲੇ ਵੀ ਅਗਰ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਇੱਕ ਸਵਾਲ ਖੜਾ ਕਰ ਦਿੱਤਾ ਸੀ ਜੀ, ਤੇ ਕਿੱਡਾ ਚੰਗਾ ਹੁੰਦਾ ਕਿ ਉਸ ਸ਼ਖਸ ਨੂੰ ਜਿਹੜੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਜੀ, ਉਹਨਾਂ ਨੂੰ ਕਿਹਾ ਜਾਂਦਾ ਕਿ ਭਾਈ ਸਾਹਿਬ ਆਓ ਬੈਠੋ ਸਾਡੇ ਨਾਲ, ਹੁਕਮ ਕਰੋ, ਤੁਹਾਡੇ ਕਿਹੜੇ ਇਤਰਾਜ਼ ਨੇ, ਕਿੱਥੇ ਕਿੱਥੇ ਤੁਹਾਨੂੰ ਸ਼ੰਕਾ ਆ। ਇਹੋ ਹੀ ਸਵਾਲ ਸੀ ਉਹਨਾਂ ਦਾ। ਮੈਂ ਕਿਹਾ ਨਾ ਸੱਦਦੇ, ਨਾ ਸੱਦਦੇ। ਦੇਖੋ ਜਿਹੜੇ ਸ਼ੰਕੇ ਉਹਨਾਂ ਨੇ ਦਿੱਤੇ ਸੀ ਪੱਤਰ ਰੂਪ ਚ, ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਿਰ ਤਰੀਕੇ ਨਾਲ ਉਹਦੀ ਜਾਂਚ ਕਰਦੀ 2 ਦਿਨ ਚ ਤੇ ਉਹ ਪ੍ਰੈਸ ਨੂੰ ਹੀ ਦੇ ਦਿੰਦੇ। ਮੈਂ ਉਹਦੇ ਤੋਂ ਹੀ ਪਹਿਲਾਂ ਪਿਛਾਂ ਰਹਿ ਗਿਆ। ਮੈਂ ਕਹਿੰਦਾ ਕਿ ਉਸ ਸ਼ਖਸ ਨੂੰ ਬਿਠਾ ਲਿਆ ਜਾਂਦਾ ਜਾਂ ਜਸਟਿਸ ਬੈਂਸ ਹੋਣਾ ਦੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਕਿ ਜੱਜ ਸਾਹਿਬ ਤੁਸੀਂ ਵੀ ਜਾਂਚ ਕਰਦੇ ਰਹੇ ਹੋ, ਕਮਿਸ਼ਨ ਦੇ ਇੰਚਾਰਜ ਰਹੇ ਹੋ, ਤੁਸੀਂ ਸਾਨੂੰ ਸਹਿਯੋਗ ਦਿਓ, ਜੋ ਦਸਤਾਵੇਜ਼ ਤੁਹਾਡੇ ਕੋਲ ਆ ਅਸੀਂ ਬੈਠਦੇ ਹਾਂ, ਅਸੀਂ ਕੌਮ ਨੂੰ ਸਮੁੱਚੇ ਤੌਰ ਤੇ ਅਸੀਂ ਵੀ ਜਵਾਬ ਦਈਏ, ਤੁਸੀਂ ਜਿਹੜੇ ਦੋਸ਼ ਤੁਹਾਡੇ ਤਸੱਲੀ ਹੋਵੇ। ਇਹ ਕਹਿ ਲਿਆ ਜਾਂਦਾ ਕਿ ਇਹ ਜਿਹੜਾ ਮਾਮਲਾ ਆ ਇਹ ਸਾਡਾ 2 ਧਿਰਾਂ ਦੇ ਵਿੱਚ ਬੈਠ ਕੇ ਅਸੀਂ ਵਿਚਾਰ ਰਹੇ ਹਾਂ, ਸਾਨੂੰ ਸੰਗਤ ਜਿਹੜੀ ਆ 1 ਮਹੀਨੇ ਦਾ ਸਮਾਂ ਦੇਵੇ, 2 ਮਹੀਨੇ ਦਾ ਕੌਮ ਸਮਾਂ ਦੇਵੇ, ਅਸੀਂ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਵਾਂਗੇ। ਤੇ ਫਿਰ ਗੱਲ ਕਿੱਥੇ ਜਾਂਦੀ ਸੀ? ਉੱਥੇ ਠਹਿਰਾਵ ਵੱਲ ਜਾਂਦੀ। ਨਹੀਂ, ਮੈਂ ਸਰਦਾਰ ਸਾਹਿਬ ਇਹ ਕਹਿੰਦਾ ਕਿ ਚਲੋ ਉਹ ਗਲਤੀਆਂ ਤੇ ਗਲਤੀਆਂ ਰਿਪੀਟ ਗਲਤੀਆਂ ਹੋ ਗਈਆਂ, ਆਪਾਂ ਚਲੋ ਉਹਨੂੰ ਕੁਝ ਪਲ ਲਈ ਛੱਡ ਦਈਏ, ਉਹ ਵਾਪਰ ਚੁੱਕਿਆ ਸਮਾਂ, ਵਹਿ ਪਾਣੀ ਨਹੀਂ ਮੁੜਦੇ। ਅੱਜ ਦੇ ਦਿਨ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਤੇ ਇੱਕ ਸਤਕਾਰ ਕਮੇਟੀ ਵਾਲੇ, ਸ਼ਾਇਦ ਕੀ ਨਾਮ ਬਲਬੀਰ ਸਿੰਘ ਮੁੱਛਲ ਸੁਰਜੀਤ ਸਿੰਘ ਖੋਸਾ ਸਾਹਿਬ ਨੇ, ਇਹ ਸਾਰੇ ਲੋਕ ਗੁਰੂ ਸਾਹਿਬ ਦੇ ਸਤਕਾਰ ਲਈ ਕੰਮ ਕਰਦੇ ਆ, ਐਸਾ ਉਹ ਦਾਵਾ ਕਰਦੇ ਆ। ਉਹਨਾਂ ਦੀ ਕਾਰਜਸ਼ੈਲੀ ਲੋਕ ਵੀ ਜਾਣਦੇ ਆ, ਅਸੀਂ ਵੀ ਜਾਣਦੇ ਆ ਕਿ ਹਰ ਬੰਦਾ ਜਿਹੜਾ ਜਜ਼ਬਾਤੀ ਆ ਉਹ ਆਪਣੇ ਖੇਤਰ 'ਚ ਲੱਗਿਆ ਹੋਇਆ, ਉਹਨਾਂ ਦਾ ਇੱਜ਼ਤ ਹੈ, ਮਾਣ ਹੈ। ਲੇਕਿਨ ਜਦੋਂ ਤੁਸੀਂ ਗੁਰੂ ਦੀ ਇੱਜ਼ਤ ਕਰ ਰਹੇ ਹੋ, ਫਿਰ ਤੁਸੀਂ ਜਦੋਂ ਤੁਹਾਡੇ ਕਿਸੇ ਕਰਮ ਨਾਲ, ਤੁਹਾਡੇ ਕਿਸੇ ਐਕਟ ਨਾਲ, ਮੰਨ ਲਓ ਤੁਸੀਂ ਕਹਿ ਰਹੇ ਹੋ ਸ਼੍ਰੋਮਣੀ ਕਮੇਟੀ ਗਲਤ ਆ, ਅਸੀਂ ਵੀ ਮੰਨ ਲਿਆ ਗਲਤ ਆ, ਲੇਕਿਨ ਤੁਸੀਂ ਕਿੱਦਾਂ ਠੀਕ ਹੋ ਜੇ ਤੁਹਾਡੇ ਕਿਸੇ ਐਕਟ ਨਾਲ ਪੱਗਾਂ ਉਛਲਦੀਆਂ, ਕਿਰਪਾਨਾਂ ਚੱਲਦੀਆਂ? ਅਸੀਂ ਜੰਗਲ 'ਚ ਥੋੜੀ ਰਹਿ ਰਹੇ ਹਾਂ, ਅਸੀਂ ਕਿਸ ਦੌਰ ਦੇ ਵਿਛੰਦੇ ਆ? ਕੀ ਤੁਸੀਂ ਆਪਣੇ ਬੱਚੇ ਜਿਹੜੇ ਤੁਹਾਡੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ, ਤੁਸੀਂ ਉਹਨਾਂ ਨੂੰ ਇਹ ਦਿਖਾਉਣਾ ਚਾਹੋਗੇ? ਉਹ ਤੁਹਾਡੇ ਇਤਿਹਾਸ ਨੂੰ ਆਪਣੇ ਸਾਥੀਆਂ ਨਾਲ ਸ਼ੇਅਰ ਕਰਨਗੇ, ਇਹ ਦਿਖਾਉਂਦੇ ਆ ਵੀ ਆ ਸਾਡਾ ਬਾਪ ਜਾਂ ਸਾਡਾ ਚਾਚਾ ਜਾਂ ਪਿਓ ਜਿਹੜਾ ਕਿਰਪਾਨ ਵਰਾਉਂਦਾ ਫਿਰਦਾ? ਕੀ ਅਸੀਂ ਉਸ ਦੌਰ ਵੱਲ ਵੱਧ ਰਹੇ ਹਾਂ ਜਿਹਦੇ 'ਚ ਵਿਚਾਰ ਪ੍ਰਧਾਨ ਹੈ, ਜਾਂ ਅਸੀਂ ਉਸ ਦੌਰ ਵੱਲ ਵੱਧ ਰਹੇ ਹਾਂ ਵੀ ਕਿਸੇ ਦੇ ਸਿਰ ਪਾੜ ਦਿਓ, ਕਿਸੇ ਦੀ ਬਾਹ ਲਾ ਦਿਓ, ਕਿਸੇ ਦੀ ਪੱਗ ਲਾ ਦਿਓ? ਇਹ ਸਤਿਕਾਰ ਆ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੱਥੇ ਲਿਖਿਆ ਕਿ ਤੁਸੀਂ ਆਪਣਿਆਂ ਦੀਆਂ ਪੱਗਾਂ ਲਾ ਕੇ ਬੇਇੱਜ਼ਤ ਕਰ ਦਿਓ? ਇਹ ਕਿਹੜੀ ਪਛਾਣ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ 'ਚ 100 ਖਾਮੀਆਂ, ਸਾਰੀਆਂ ਖਾਮੀਆਂ ਨੂੰ ਬਦਲ ਦਿਓ, ਸ਼੍ਰੋਮਣੀ ਕਮੇਟੀ ਦਾ ਨਿਜ਼ਾਮ ਬਦਲ ਦਿਓ, ਵੋਟ ਪਾਓ। ਕਿਉਂ ਨਹੀਂ ਬਦਲਦੇ? ਸਾਲਾਂ ਤੱਕ ਇੱਕੋ ਪਾਰਟੀ ਜਿਹੜੀ ਆ ਰਾਜ ਕਰ ਰਹੀ, ਤੁਸੀਂ ਕਿਉਂ ਨਹੀਂ ਬਦਲਦੇ? ਆਖਰ ਤੁਸੀਂ ਜਦੋਂ ਲੋੜ ਪੈਂਦੀ ਹੈ ਸਰਦਾਰ ਸਾਹਿਬ ਪ੍ਰਬੰਧ ਨੂੰ, ਨਿਜ਼ਾਮ ਨੂੰ ਬਦਲਣ ਦੀ, ਕਿੱਥੇ ਸੌ ਜਾਂਦੇ ਹੋ ਜਾ ਕੇ? ਜੇ ਤੁਹਾਡੀ ਸਮਰੱਥਾ ਹੈ, ਤੁਸੀਂ ਸਮਰੱਥਾਵਾਨ ਹੋ, ਤੇ ਤੁਸੀਂ ਉਸ ਵੇਲੇ ਕੰਮ ਕਰਨ ਦੀ ਬਜਾਏ, ਸਰਦਾਰ ਸਾਹਿਬ ਇੱਕ ਇਤਿਹਾਸ ਦੇਖ ਲਓ, ਗੁੱਸਾ ਨਾ ਕਰਿਓ ਇਸ ਗੱਲ ਦਾ, ਸੱਚ ਆ, ਤੁਸੀਂ ਜ਼ਿਆਦਾ ਵੱਡੇ ਸਿੱਖ ਹੋ ਮੇਰੇ ਨਾਲੋਂ, ਤੁਹਾਨੂੰ ਬੁਰਾ ਲੱਗੂਗਾ, ਅਸੀਂ ਸੌਦੇ ਕਰ ਲੈਂਦੇ ਆ। ਅਸੀਂ ਮੈਂ ਸਤਕਾਰ ਕਮੇਟੀ ਦਾ, ਮੈਂ ਸਤਕਾਰ ਕਮੇਟੀ ਨੂੰ ਨਹੀਂ ਕਰ ਰਿਹਾ, ਮੈਂ ਮਾਫੀ ਮੰਗ ਲੈਣਾ, ਸਤਕਾਰ ਕਮੇਟੀ ਨੂੰ ਅਸੀਂ ਧਿਆਨ 'ਚ ਨਹੀਂ ਰੱਖ ਰਹੇ ਇਸ ਮਾਮਲੇ 'ਚ। ਇਨ ਟੋਟੈਲਿਟੀ, ਟੋਟਲ ਸਿਨੈਰੀਓ ਜਿਹੜਾ ਦ੍ਰਿਸ਼ ਜਿਹੜਾ ਉਹ ਕਹਿੰਦਾ ਹੈ ਕਿ ਬਹੁਤ ਵਾਰੀ ਇਲੈਕਸ਼ਨਸ ਦੌਰਾਨ ਉਹ ਧਿਰਾਂ ਜਿਨ੍ਹਾਂ ਦਾ ਆਪਸ ਵਿੱਚ ਵਿਚਾਰਾਂ ਦਾ ਕੋਈ ਲੈਣ ਦੇਣ ਨਹੀਂ, ਉਹ ਆਖਰ ਇੱਕ ਮੰਚ ਤੇ ਇਕੱਠੀਆਂ ਹੋ ਜਾਂਦੀਆਂ ਤੇ ਮੁੜ ਘੁੱਟ ਕੇ ਸੱਤਾ ਉੱਥੇ ਚਲੇ ਜਾਂਦੀ ਜਿੱਥੇ ਜਾਣੀ ਹੁੰਦੀ। ਲੇਕਿਨ ਇਸ ਤੋਂ ਵੀ ਇਹਦੇ ਨਾਲ ਇੱਕ ਹੋਰ, ਇਹ ਜੋ ਕੁਝ ਅੱਜ ਵਾਪਰਦਾ ਇਹ ਪਹਿਲੀ ਵਾਰੀ ਨਹੀਂ ਹੈ, ਇਹ ਇਸੇ ਸਦੀ 'ਚ 21ਵੀਂ ਸਦੀ 'ਚ ਦੂਸਰੀ ਵਾਰ ਹੈ ਜੀ। 2003 ਦੇ ਵਿੱਚ ਇੱਕ ਮੁੱਦਾ ਸਾਹਮਣੇ ਆਇਆ ਸੀ ਕਿ ਹੁਸ਼ਿਆਰਪੁਰ ਦੇ ਇੱਕ ਕੋਈ ਬਾਬਾ ਧਨਵੰਤ ਸਿੰਘ ਸਨ ਜੀ, ਉਹਨਾਂ ਦਾ ਕੋਈ ਮਾਮਲਾ ਅਕਾਲ ਤਖਤ ਸਾਹਿਬ ਤੇ ਸੁਣਵਾਈ ਅਧੀਨ ਆਇਆ। ਉਸ ਮਾਮਲੇ ਦੇ ਵਿੱਚ ਫੈਸਲਾ ਜਿਹੜਾ ਜਥੇਦਾਰ ਅਕਾਲ ਤਖਤ ਦਾ ਜਾਂ ਸਿੰਘ ਸਾਹਿਬਾਨ ਦਾ ਜੀ ਕਿ ਦੋਸ਼ੀ ਨੂੰ ਵੀ ਤਨਖਾਹ ਤੇ ਮਦਈ ਨੂੰ ਵੀ ਤਨਖਾਹ। ਅੱਛਾ। ਲੇਕਿਨ ਬਾਅਦ ਦੇ ਵਿੱਚ, ਹਾਲਾਂਕਿ ਇਹ ਦੂਸਰਾ ਪੜਾਅ ਆ,
ਬਾਅਦ ਦੇ ਵਿੱਚ ਉਹੀ ਬਾਬਾ ਧਰਮੰਦ ਸਿੰਘ ਜਿਹੜੇ ਸਨ ਉਸੇ ਕੇਸ ਦੇ ਵਿੱਚ ਹੁਸ਼ਿਆਰਪੁਰ ਦੀ ਅਦਾਲਤ ਵੱਲੋਂ ਦੋਸ਼ੀ ਠਹਿਰਾ ਦਿੱਤੇ ਗਏ, ਸਜ਼ਾ ਹੋਈ ਉਹਨਾਂ ਨੂੰ। ਲੇਕਿਨ ਉਸ ਤੋਂ ਪਹਿਲਾਂ ਇੱਕ ਬੜਾ ਵੱਡਾ ਦੋਸ਼ ਜਿਹੜਾ ਸੀ ਲੱਗ ਗਿਆ ਕਿ ਇਸ ਪਾਵਨ ਤਖਤ ਦੇ ਉੱਤੇ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੇ ਗਾਂ ਥੱਲੇ ਕਰਿੰਦੇ ਨੇ ਉਹ ਪੈਸੇ ਲੈ ਕੇ ਕੰਮ ਕਰਦੇ ਨੇ। ਉਸ ਸੰਸਥਾ ਉਸ ਦੋਸ਼ ਨੂੰ ਲੈ ਕੇ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਖਿਲਾਫ 2003 ਦੇ ਵਿੱਚ ਰੋਸ ਪ੍ਰਦਰਸ਼ਨ ਹੋਣਾ ਸ਼ੁਰੂ ਕੀਤਾ। ਸ਼੍ਰੋਮਣੀ ਖਾਲਸਾ ਪੰਚਾਇਤਨਾਮੀ ਜਥੇਬੰਦੀ ਜਦੋਂ ਕਿਰਪਾਨਾਂ ਲਹਿਰਾਈਆਂ ਗਈਆਂ, ਬਿਲਕੁਲ ਸਰਦਾਰ ਰਜਿੰਦਰ ਸਿੰਘ ਚੰਡੀਗੜ੍ਹ ਵਾਲੇ ਅੱਜ ਇਸ ਸੰਸਾਰ ਦੇ ਵਿੱਚ ਨੇ, ਔਰ ਉਧਰੋਂ ਤੁਹਾਡੇ ਲੁਧਿਆਣੇ ਵਾਲੇ ਚਰਨਜੀਤ ਸਿੰਘ ਚੰਨੀ ਹੈ ਨੇ, ਕਾਇਮ ਨੇ। ਉਸ ਵੇਲੇ ਉਹਨਾਂ ਲੋਕਾਂ ਨੂੰ ਬਜਾਏ ਕਿ ਇਹ ਸਮਝਾਉਣ ਦੇ ਕਿ ਤੁਹਾਡਾ ਜਿਹੜਾ ਦੋਸ਼ ਹੈ, ਅਗਰ ਤੁਹਾਡੇ ਅੰਦਰ ਕੋਈ ਐਸਾ ਕੁਝ ਸਬੂਤ ਆ ਜਾਂ ਦਸਤਾਵੇਜ਼ ਆ ਸਾਨੂੰ ਦਿਓ, ਉਸ ਵੇਲੇ ਉਹਨਾਂ ਨੂੰ ਡਾਂਗਾਂ ਦੇ ਨਾਲ ਖਦੇੜਿਆ ਗਿਆ। ਉਸ ਵੇਲੇ ਅੱਜ ਦਸਤਾਰਾਂ ਜਿਹੜੀ ਦਸਤਾਰ ਲੱਥੀ ਆ ਉਹ ਲੱਥੀ ਆ ਜਿਹੜੀ ਸੜਕ ਲੰਗਰ ਵਾਲਾ ਕੰਪਲੈਕਸ ਤੇ ਸਰਾਵਾਂ ਵਾਲੇ ਕੰਪਲੈਕਸ ਨੂੰ ਵੱਖਰਾ ਕਰਦੀ ਉਸ ਸੜਕ ਦੇ ਉੱਤੇ ਜੀ। ਲੇਕਿਨ ਉਸ ਵਾਰ 2003 ਦੇ ਵਿੱਚ ਜਿਹੜੀਆਂ ਦਸਤਾਰਾਂ ਲੱਥੀਆਂ ਸੀ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰਲੇ ਪਾਸੇ, ਵੱਡੇ ਗੇਟ ਦੇ ਅੰਦਰਲੇ ਪਾਸੇ ਸਨ। ਸਵਾਲ ਬੜਾ ਸਾਫ਼ ਹੈ ਕਿ ਅਸੀਂ ਹਰ ਮਸਲੇ ਨੂੰ, ਕਿਉਂਕਿ ਸਾਰਾ ਸ਼੍ਰੋਮਣੀ ਕਮੇਟੀ ਜਿਹੜੀ ਆ, ਅਸੀਂ ਬੜੀ ਵਾਰੀ ਕਹਿ ਚੁੱਕੇ ਹਾਂ ਕਿ ਧੜਿਆਂ ਦੇ ਵਿੱਚ ਵੰਡੀ ਹੋਈ ਆ ਜੀ। ਧਰਮ ਦੂਰ ਰਹਿ ਗਿਆ, ਧੜਿਆਂ 'ਚ ਵੰਡੀ ਹੋਈ ਆ ਕਿ ਆਹ ਮੁਲਾਜ਼ਮ ਜਿਹੜਾ ਕਿਹੜੇ ਧੜੇ ਨਾਲ ਸੰਬੰਧਿਤ ਆ, ਆਹ ਮੁਲਾਜ਼ਮ ਕਿਹੜੇ ਧੜੇ ਨਾਲ ਸੰਬੰਧਿਤ ਹੈ। ਸਿਰਫ ਧੜਿਆਂ 'ਚ ਵੰਡੀ ਸਿਆਸਤ ਹੈ, ਔਰ ਉੱਥੋਂ ਹਰ ਐਸੇ ਫੈਸਲੇ ਨੂੰ ਜਿਹੜਾ ਫੈਸਲਾ ਉਹਨਾਂ ਨੂੰ ਸਵਾਲ ਕਰਦਾ ਉਹਨੂੰ ਸਿਆਸੀ ਵਿਰੋਧੀ ਵਜੋਂ ਵੇਖਿਆ ਜਾਂਦਾ। ਕੱਲ ਵੀ ਪਰਸੋਂ ਵੀ ਇੱਕ ਬੰਦੇ ਨੇ ਫੇਸਬੁੱਕ ਤੇ ਪਾਇਆ, ਦੇਖੋ ਜੀ ਕਾਂਗਰਸ ਨੇ ਧਰਨਾ ਦਵਾਤਾ, ਆਮ ਆਦਮੀ ਪਾਰਟੀ ਨੇ ਧਰਨਾ ਦਵਾਤਾ। ਲੇਕਿਨ ਸਵਾਲ ਇਹ ਉੱਠਦਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪੈਂਦੀਆਂ ਨੇ, ਆਮ ਵੋਟਾਂ ਜੀ, ਕੀ ਹਰ ਸਿੱਖ ਜਿਹੜਾ ਉਹ ਵਾਕਿਆ ਹੀ ਅਕਾਲੀ ਦਲ ਬਾਦਲ ਦਾ ਸਿੱਖ ਹੁੰਦਾ ਜੀ? ਉਸ ਵੇਲੇ ਸਿੱਖ ਦੀ ਪਰਿਭਾਸ਼ਾ ਵੇਖੀ ਜਾਂਦੀ ਹੈ, ਨਾ ਕਿ ਉਹਦੀ ਸਿਆਸੀ ਪਾਰਟੀ ਜੀ। ਸੋ ਅੱਜ ਫਿਰ ਜਦੋਂ ਉੱਥੇ ਹੁੰਦਾ, ਲੇਕਿਨ ਅੱਜ ਸਾਡਾ ਜਿਹੜਾ ਰੋਸ ਹੈ ਉਹ ਇਹ ਆ ਕਿ ਕੱਲ ਜੋ ਕੁਝ ਵੀ ਸੀ ਜੀ, ਕੱਲ ਵੀ ਉੱਥੇ ਧਰਨਾ ਦਿੱਤਾ ਗਿਆ, ਕੱਲ ਵੀ ਪ੍ਰਬੰਧਕਾਂ ਨੇ ਗੱਲਾਂ ਕੀਤੀਆਂ ਉਹਨਾਂ ਨਾਲ। ਤੁਹਾਡੀ ਗੱਲ ਨਹੀਂ ਨੇਪਰੇ ਚੜ ਸਕੀ, ਬਣਦਾ ਤੇ ਅਸੀਂ ਜੇ ਤੁਹਾਡੇ ਕੋਲ ਨੇਪਰੇ ਨਹੀਂ ਚੜੀ ਤੇ ਕੋਈ ਵੱਡਾ ਸੀਨੀਅਰ ਅਧਿਕਾਰੀ ਸੱਦ ਲਓ। ਬਿਲਕੁਲ। ਘੱਟੋ ਘੱਟ ਗੋਬਿੰਦ ਸਿੰਘ ਲੌਂਗੋਵਾਲ 1.5 ਹਫ਼ਤੇ ਤੋਂ ਅੰਮ੍ਰਿਤਸਰ 'ਚ ਚੱਕਰ ਕੱਟ ਰਹੇ ਨੇ, ਆ ਸਕਦੇ ਸਨ ਜੀ। ਕੁਝ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜਿਹੜੇ ਨੇ ਉਹ ਵੀ ਅੰਮ੍ਰਿਤਸਰ 'ਚ ਫੇਰੀ ਪਾਉਂਦੇ ਰਹੇ ਨੇ। ਮੈਂ ਫਿਰ ਸਰਦਾਰ ਸਾਹਿਬ ਫਿਰ ਮੈਂ ਨੁਕਤੇ ਉਸੇ ਤੇ ਆਵਾਂ ਕਿ ਜਦੋਂ ਸਾਡੇ ਸਿੰਘ ਸਾਹਿਬ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਕੱਲ ਇੰਨੇ ਐਕਟਿਵ ਨੇ ਜੀ, ਔਰ ਉਹਨਾਂ ਦਾ ਸਤਿਕਾਰ ਵੀ ਹੈ ਕਿ ਸਿੰਘ ਸਾਹਿਬ ਨੂੰ ਨਾਮ ਹੀ ਕੋਈ ਨਹੀਂ ਕਰਦਾ ਹੁੰਦਾ ਜੀ, ਕੌਮੀ ਮਸਲਾ ਬਣ ਜਾਂਦਾ ਜੀ। ਮੈਨੂੰ ਲੱਗਦਾ ਹੈ ਕਿ ਜਦੋਂ ਮਸਲਾ ਸਿੱਖਾਂ ਦਾ, ਹਾਂ, ਮਸਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ, ਬਿਲਕੁਲ, ਤੇ ਫਿਰ ਸਭ ਤੋਂ ਸੁਪਰੀਮ ਵਿਅਕਤੀ ਜਿਹੜਾ ਸਭ ਤੋਂ ਸੁਪਰੀਮ ਅਸੀਂ ਬਣਾਤਾ, ਹਾਂ, ਉਸ ਬੰਦੇ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਨਹੀਂ? ਬਿਲਕੁਲ। ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਕਿਸੇ ਨੂੰ ਨੌਕ ਕਰਨਾ ਪਵੇ ਜਾਂ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦਾ ਪ੍ਰਧਾਨ ਜਾਂ ਮੈਂ ਉਹੀ ਕਿਹਾ ਕਿ ਉਹਨਾਂ ਦੇ ਅੱਗੇ ਫਰਿਆਦ ਵੀ ਕਿਉਂ ਕਰਨੀ? ਮੈਂ ਕਿਹਾ ਕਿ ਉਹਨਾਂ ਦੀ ਜ਼ਿੰਮੇਵਾਰੀ ਆ। ਹਾਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਡਿਊਟੀ ਸੀ ਜੀ ਕਿ ਉਹ ਉਸੇ ਵੇਲੇ, ਬਿਲਕੁਲ, ਦੇਖੋ ਉਹ ਫੈਡਰੇਸ਼ਨਾਂ ਦੇ ਸਮਾਗਮਾਂ 'ਚ ਜਾਣ, ਜਮ ਜਾਣ, ਬਿਲਕੁਲ, ਉਹ ਹਰ ਦਿਨ ਹਰ ਸਮਾਗਮ 'ਚ ਜਾਣ, ਸਿੱਖਾਂ ਦੇ ਹਰ ਸਮਾਗਮ ਦੀ ਸਰਪ੍ਰਸਤੀ ਕਰਨ, ਪਰ ਔਕੜ ਵੇਲੇ ਕੌਣ ਆਵੇ? ਇੱਥੇ ਪੱਗਾਂ ਲੈਂਦੀਆਂ ਹੋਣ, ਇੱਥੇ ਇੱਕ ਦੂਜੇ ਦੇ ਗਲ ਫੜੇ ਹੋਣ, ਬਿਲਕੁਲ, ਇੱਥੇ ਸਿੱਖ ਨਾਲ ਲੜ ਰਿਹਾ ਤੇ ਦੁਨੀਆ ਭਰ ਦੇ ਵਿੱਚ ਸਾਡੇ ਵਰਗੇ, ਮੈਂ ਤਾਂ ਇਹ ਵੀ ਕਹੂੰਗਾ ਕਿ ਸਾਡੇ ਵਰਗੇ ਕਮਬਖਤ ਲੋਕ ਉਹਨੂੰ ਫਲੈਸ਼ ਕਰਕੇ ਦਿਖਾ ਰਹੇ ਹੋਣ। ਬਿਲਕੁਲ। ਅੱਜ ਇਹ ਸਾਡੇ ਲਈ ਵੀ ਸ਼ਰਮ ਦੀ ਗੱਲ ਤੁਸੀਂ ਕਹਿ ਰਹੇ ਹੋ, ਇਹ ਗੱਲ ਅੱਜ ਉੱਥੇ ਹੋਈ ਜੀ। ਉਹ ਕਹਿੰਦੇ ਨੇ, ਇੱਕ ਬੰਦੇ ਨੇ ਕਿਹਾ ਜੀ ਕਿ ਜਥੇਦਾਰ ਸਾਹਿਬ ਦਾ ਕੋਈ ਬਿਆਨ ਆਇਆ, ਉਹ ਕਹਿੰਦਾ ਜਥੇਦਾਰ ਸਾਹਿਬ ਸਿੱਖਾਂ ਲਈ ਆਜ਼ਾਦ ਖਿੱਤੇ ਦੀ ਗੱਲ ਕਰਦੇ ਨੇ ਜੀ। ਕਹਿੰਦਾ ਆਪਣੀ ਸ਼੍ਰੋਮਣੀ ਕਮੇਟੀ ਜਿਹੜੀ ਆ ਇਹ ਤਿੰਨ ਪਾਸਿਆਂ ਤੋਂ ਆਪ ਹੀ ਟੀਨਾ ਲਾ ਕੇ ਆਪਣੇ ਨੂੰ ਬੰਦ ਕਰਕੇ ਬਹਿ ਗਈ ਹੈ। ਕਹਿੰਦਾ ਕਿਸੇ ਨੂੰ ਕੀ ਖਿੱਤਾ ਤੇ ਕੀ ਦਵਾਉਣਾ, ਸ਼੍ਰੋਮਣੀ ਕਮੇਟੀ ਨੂੰ ਤੇ ਆਪ ਹੀ ਇੰਨੀ ਕੁ ਕਹਿੰਦਾ ਸੁਰੱਖਿਅਤ ਹੋ ਗਈ ਆ ਕਿ ਉਹਨੂੰ ਟੀਨਾ ਲਾਉਣੀਆਂ ਪੈ ਗਈਆਂ, ਆਪਣੇ ਦਫ਼ਤਰ ਨੂੰ ਆਪ ਸੀਲ ਕਰਨਾ ਪੈ ਗਿਆ। ਸਰਦਾਰ ਜੀ, ਜੇ ਅਸੀਂ ਆਪਣੇ ਗੁਰੂ ਘਰਾਂ ਦੇ ਪ੍ਰਬੰਧ ਚਲਾਉਣ 'ਚ ਵੀ ਅਸਫਲ ਹੁੰਨੇ ਆ
ਅਸੀਂ ਕਿਹੜੀ ਸਰਕਾਰ ਚਲਾਉਣ ਦਾ ਦਾਅਵਾ ਕਰ ਸਕਦੇ ਹਾਂ। ਅਸੀਂ ਜੇਕਰ 4 ਬੰਦੇ ਸਿਰ ਜੋੜ ਕੇ ਬਹਿ ਨਹੀਂ ਸਕਦੇ, ਹਾਂ, ਅਸੀਂ ਆਪਣੀ ਕਮਿਊਨਿਟੀ ਨੂੰ ਅਗਵਾਈ ਕਿਸ ਤਰੀਕੇ ਨਾਲ ਦੇਵਾਂਗੇ, ਇਹ ਵੀ ਸਵਾਲ ਆ। ਕੱਲ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਅੰਮ੍ਰਿਤਸਰ ਤੋਂ ਉਸ ਜਗ੍ਹਾ ਤੇ ਨਹੀਂ ਸੀ ਜੀ। ਅੱਜ ਵੀ ਜਦੋਂ ਇਹ ਪਤਾ ਲੱਗ ਗਿਆ ਕਿ ਉੱਥੇ ਇਹ ਕੋਈ ਘਟਨਾ ਵਾਪਰੀ ਆ, ਆਖਰਕਾਰ ਵੀਡੀਓ ਗਈਆਂ ਨੇ ਜੀ। ਕਿਸੇ ਵੀ ਮੈਂਬਰ, ਅਸੀਂ ਉੱਥੇ ਕੋਈ, ਮੈਂ 4 ਘੰਟੇ ਰਿਹਾ, 4 ਘੰਟਿਆਂ ਦੌਰਾਨ ਕੋਈ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਸਾਨੂੰ ਬਾਹਰ ਨਜ਼ਰ ਨਹੀਂ ਆਇਆ ਜਿਹੜਾ ਆਪਣੇ ਮੁਲਾਜ਼ਮਾਂ ਨੂੰ ਇਹ ਕਹਿੰਦਾ ਹੋਵੇ ਭਾਈ ਤੁਸੀਂ ਕਿਉਂ ਐਵੇਂ ਟੈਂਪਰੇਚਰ ਵਧਾ ਕੇ ਖੜੇ ਹੋ, ਆਰਾਮ ਨਾਲ ਬੈਠੋ, ਜਦੋਂ ਕੋਈ ਉਹੋ ਜਿਹੀ ਗੱਲ ਹੋਏਗੀ ਅਸੀਂ ਅੱਗੇ ਆਵਾਂਗੇ ਜੀ। ਅੱਜ ਉਹ ਜਜ਼ਬਾ ਅੱਜ ਵੀ ਨਹੀਂ ਸੀ ਹੈਗਾ। ਸੱਚਖੰਡ ਦਰਬਾਰ ਸਾਹਿਬ ਦੇ 6 ਦੇ ਕਰੀਬ ਗ੍ਰੰਥੀ ਸਾਹਿਬਾਨ ਨੇ, 2 ਹੈੱਡ ਗ੍ਰੰਥੀ ਅਕਾਲ ਤਖਤ ਸਾਹਿਬ ਦੇ ਨੇ, ਹੈੱਡ ਗ੍ਰੰਥੀ ਦਰਬਾਰ ਸਾਹਿਬ ਨੇ। ਜੇ ਜਥੇਦਾਰ ਅਕਾਲ ਤਖਤ ਸਾਹਿਬ ਨਹੀਂ ਆ ਸਕੇ, ਆਖਰਕਾਰ ਇਹ ਸਾਰੇ ਅਹੁਦੇ ਜਿਹੜੇ ਨੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਕਰਕੇ, ਉਹਦੀ ਹੋਂਦ ਕਰਕੇ ਨੇ। ਸਰਦਾਰ ਸਾਹਿਬ, ਇੱਕ ਹੋਰ ਪਹਿਲੂ ਆ, ਮੈਂ ਕਿਸੇ ਵੇਲੇ ਇਹ ਹੋ ਸਕਦਾ ਕਹਿਣਾ ਵੀ ਬੜਾ ਜਾਇਜ਼ ਕਿਸੇ ਦਾ ਸਵਾਲ ਹੋ ਸਕਦਾ ਕਿ ਅਸੀਂ ਜਜ਼ਬਾਤੀ ਹੋ ਜਾਂਦੇ ਆ, ਅਸੀਂ ਅਲਾਰੂ ਹੋ ਜਾਂਦੇ ਆ। ਅਲਾਰੂ ਕੋਈ ਵੀ ਹੋ ਸਕਦਾ, ਸਾਡੀ ਸੋਚ ਦੀ ਸੀਮਾ ਹੈ, ਲਿਮਟ ਆ, ਬੰਦੇ ਆ ਅਸੀਂ, ਸਾਡੀ ਜਾਣਕਾਰੀ ਘੱਟ ਹੋ ਸਕਦੀ ਹੈ। ਲੇਕਿਨ ਸਰਦਾਰ ਸਾਹਿਬ, ਮੈਂ ਦੱਸ ਦੇਣਾ ਚਾਹੁੰਦਾ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ, ਸਾਡੇ ਸਰਪ੍ਰਸਤਾਂ ਨੂੰ, ਕਿ ਦੁਨੀਆ ਭਰ ਦੇ ਵਿੱਚ ਬੈਠੇ ਕਾਮਯਾਬ ਤਰੀਨ ਲੋਕ, ਸਭ ਤੋਂ ਬਿਹਤਰੀਨ ਲੋਕ, ਜਿਹੜੇ ਸਾਡੇ ਸੰਪਰਕ ਵਾਲੇ ਲੋਕ, ਜਿਹੜੇ ਦਿਨ ਦਾ ਵਾਹਵਾ ਸਮਾਂ ਪੂਜਾ ਪਾਠ ਚਲਾਉਂਦੇ, ਧਰਮ ਅਧਿਐਨ ਚਲਾਉਂਦੇ, ਜਿਹੜੇ ਲੋਕ ਗੁਰਬਾਣੀ ਨਾਲ ਜੁੜੇ ਹੋਏ ਆ, ਉਹ ਇਸੇ ਕਰਕੇ ਇਸ ਸਿੱਖ ਕੌਮ ਦੀ, ਇਸ ਧਰਮ ਦੀ ਮੇਨ ਸਟ੍ਰੀਮ ਤੋਂ ਪਾਸੇ ਚਲੇ ਗਏ। ਉਹ ਕਹਿੰਦੇ ਕਿ ਸਾਡੀ ਸੁਣਦਾ ਕੌਣ ਆ। ਉੱਥੇ ਤਾਂ ਕਿਰਪਾਨਾਂ ਡਾਂਗਾਂ ਦਾ ਜ਼ੋਰ ਚੱਲਦਾ ਹੈ। ਗਿਲਾ ਕਰਦੇ ਆ ਦੁਨੀਆ ਭਰ ਚ ਕਾਮਯਾਬ ਬੈਠੇ ਸਿੱਖ, ਵੱਡੇ ਅਫਸਰ, ਫਿਲਾਸਫਰ, ਲੇਖਕ, ਸਾਰੇ ਬੰਦੇ ਹੌਲੀ ਜੀ ਡਿਸਟੈਂਸ ਬਣਾ ਜਾਂਦੇ ਆ ਕਿ ਧਰਮ ਸਾਡਾ ਵਿਅਕਤੀਗਤ ਆ, ਨਿੱਜੀ ਆ, ਅਸੀਂ ਆਪਣੇ ਨਿੱਜ ਤੱਕ ਸੀਮਤ ਹੋ ਕੇ ਰਹਿ ਗਿਆ। ਬਹੁਤ ਗਿਆਨਵਾਨ ਗੁਣੀ, ਰੋਣਾ ਸਾਡਾ ਇਸ ਗੱਲ ਦਾ, ਦੁੱਖ ਸਾਡਾ ਇਸ ਗੱਲ ਦਾ ਕਿ ਸਾਡੇ ਘੱਟ ਜਾਣਕਾਰੀ ਰੱਖਣ ਵਾਲੇ ਆਗੂਆਂ ਨੇ, ਸਾਡੇ ਇਸ ਤਰ੍ਹਾਂ ਦੇ ਧਰਨੇ ਲਾਉਣ ਵਾਲੇ ਲੋਕਾਂ ਕਰਕੇ, ਜਿਹੜੇ ਲੌਜਿਕ ਤੋਂ ਪਾਸੇ ਜਾ ਕੇ ਕਹਿੰਦੇ ਸਹੀ ਦੀਆਂ 3 ਲੱਤਾਂ ਚੌਥੀ ਹੈ ਨਹੀਂ, ਮੈਂ ਨਹੀਂ ਮੰਨਦਾ। ਨਾ ਕੋਈ ਮਨਾਉਣ ਵਾਲਾ ਰਹਿ ਗਿਆ, ਨਾ ਮੰਨਣ ਵਾਲਾ ਰਹਿ ਗਿਆ। ਮਨਾਉਣ ਵਾਲਿਆਂ ਨੂੰ ਵੀ ਖਬਰ ਚਾਹੀਦੀ, ਫੋਟੋ ਚਾਹੀਦੀ, ਮੰਨਣ ਵਾਲਿਆਂ ਨੂੰ ਵੀ ਫੋਟੋ ਚਾਹੀਦੀ, ਖਬਰ ਚਾਹੀਦੀ। ਧਰਨੇ ਪ੍ਰਦਰਸ਼ਨ ਸਿਰਫ ਲੀਡਰੀ ਚਮਕਾਉਣ ਲਈ ਰਹਿ ਗਏ ਆ। ਉਹ ਏਡੇ ਵੱਡੇ ਵਿਰਾਸਤੀ ਧਰਮ, ਸਿੱਖ ਧਰਮ, ਜਿਹਦੇ ਕੋਲ ਸਭ ਤੋਂ ਵੱਡਾ, ਮੈਂ ਰਿਪੀਟ ਕਰ ਰਿਹਾ, ਫਿਲਾਸਫੀ ਆ, ਉਹਦੇ ਅਨੁਯਾਈ, ਸਭ ਤੋਂ ਬਿਹਤਰੀਨ ਅਨੁਯਾਈ ਘਰਾਂ 'ਚ ਬੰਦ ਹੋ ਕੇ ਬੈਠੇ ਆ। ਉਹ ਕਹਿੰਦੇ ਉੱਥੇ ਨਹੀਂ ਜਾਣਾ, ਉੱਥੇ ਧਰਮ ਨਹੀਂ, ਉੱਥੇ ਤਾਂ ਯੁੱਧ ਆ, ਸੰਘਰਸ਼ ਆ। ਉਹ ਸੰਘਰਸ਼ ਪਛਾਣਦਾ ਹੈ ਨਾ ਆਪਣੇ ਲੋਕਾਂ ਦਾ ਸੁਰਖੀ ਬਣਦਾ ਤੇ ਲੀਡਰੀਆਂ ਚੌਧਰਾਂ ਲੈਣ ਦਾ। ਸੋ ਦੁੱਖ ਇਸ ਗੱਲ ਦਾ ਹੈ ਕਿ ਇਸ ਚੌਧਰ ਦੇ ਵਿੱਚ ਜਿਹੜੀ ਪੱਗ ਅਸੀਂ ਬੰਨ ਕੇ ਬੈਠੇ ਆ, ਭਾਵੇਂ ਦੁਨੀਆ ਭਰ 'ਚ ਬੈਠੇ ਚੰਗੇ ਭਲੇ ਲੋਕ ਆ, ਉਹ ਵੀ ਉਛਲਦੀ ਮਹਿਸੂਸ ਕਰਦੇ। ਪੱਗ ਕਿਤੇ ਵੀ ਲੱਥਦੀ ਹੈ, ਉਹ ਉਸ ਹਰ ਸਿੱਖ ਦੇ ਲੱਥਦੀ ਹੈ ਜਿਹਦੇ ਸਿਰ ਤੇ ਹੈ। ਉਹ ਪੱਗ ਲਾਉਣ ਵਾਲੀ ਪ੍ਰਕਿਰਿਆ, ਇਹ ਦਰਦ ਆ, ਇਹ ਦੁੱਖ ਆ, ਇਹਨੂੰ ਕੋਈ ਜਿੱਦਾਂ ਮਰਜ਼ੀ ਮੈਨੂਪੂਲੇਸ਼ਨ ਸਮਝ ਲਵੇ, ਲੇਕਿਨ ਇੱਕ ਦਿਨ ਸਾਰੇ ਉਹ ਸਿੱਖ ਜਿਹੜੇ ਇਸ ਤਰ੍ਹਾਂ ਦੇ ਕੰਮਾਂ ਦਾ ਹਿੱਸਾ ਮਹਿਸੂਸ ਕਰਨਗੇ, ਜਿਸ ਦਿਨ ਉਹਨਾਂ ਦੇ ਪੜ੍ਹੇ ਲਿਖੇ ਬੱਚੇ ਉਹਨਾਂ ਨੂੰ ਸਾਹਮਣੇ ਸਵਾਲ ਕਰਨਗੇ ਕਿ ਤੁਸੀਂ ਉਸ ਦਿਨ ਉਸ ਭੀੜ 'ਚ ਕੀ ਕਰਦੇ ਸੀ। ਜਿਸ ਭੀੜ ਨੇ, ਜੇ ਤਾਂ ਕੋਈ ਚਿਹਰਾ ਨਹੀਂ ਹੁੰਦਾ, ਜਿਹਨੇ ਸਾਡਾ ਦਿੱਲੀ ਦੀਆਂ ਸੜਕਾਂ ਦੇ ਉੱਤੇ ਜਲੂਸ ਕੱਢ ਕੇ ਰੱਖਤਾ, ਉਹ ਭੀੜ ਜਿਹਨੂੰ ਪਛਾਣਨ ਦੇ ਵਿੱਚ 40 ਸਾਲ ਲੱਗ ਚੱਲਿਆ, ਅਦਾਲਤਾਂ ਵੀ ਸਾਬਤ ਨਹੀਂ ਕਰ ਪਾ ਰਹੀਆਂ ਕਿ ਇਹ ਕੌਣ ਸੀ। ਭੀੜ ਜਿਹਨੇ ਸਾਡੀਆਂ ਇੱਜ਼ਤਾਂ ਰੋਲਤੀਆਂ, ਕਿ ਅਸੀਂ ਉਸੇ ਤਰ੍ਹਾਂ ਦੀ ਭੀੜ ਤੰਤਰ ਦਾ ਹਿੱਸਾ ਹੋਣਾ ਹੈ ਕਿ ਸਿੱਖ ਨੂੰ ਜਾਇਜ਼ ਆ ਕਿ ਉਹ ਇਸ ਤਰ੍ਹਾਂ ਦੇ ਸ਼ਾਮਲ ਹੋਵੇ ਐਕਟੀਵਿਟੀਜ਼ ਦੇ ਵਿੱਚ। ਸੋ ਅੱਜ ਦੀ ਜਿਹੜੀ ਇਹ ਸਾਰਾ ਕੁਝ ਵਾਪਰ ਰਿਹਾ, ਇਹਨੂੰ ਹੋਰ ਵੱਡਾ ਨਾ ਕਰੀਏ, ਇਹਦਾ ਵਿਸਥਾਰ ਹੋਰ ਜ਼ਿਆਦਾ ਨਾ ਹੋਵੇ। ਗੁਰੂ ਕਰਨ ਕੱਲ ਤੱਕ ਉਹ ਜਿਹੜਾ ਏਰੀਆ ਜਿੱਥੋਂ ਅਸੀਸ ਰੂਪ 'ਚ ਗੁਰਬਾਣੀ ਦੀ ਧੁਨ ਨਿਕਲਦੀ ਆ, 4 ਚੁਫੇਰੇ ਦੇ ਵਿੱਚ ਸੰਗੀਤਮਈ ਗੁਰਬਾਣੀ ਦੀਆਂ ਤਰੰਗਾਂ ਤੈਰਦੀਆਂ ਨੇ, ਅਸੀਂ ਉੱਥੇ ਕਿਰਪਾਨਾਂ ਦੀਆਂ ਲਿਸ਼ਕਾਂ ਨਾ ਦੇਖੀਏ, ਅਸੀਂ ਉੱਥੇ ਕਿਰਪਾਨਾਂ ਦੀ ਆਵਾਜ਼ ਨਾ ਦੇਖੀਏ। ਸੋ ਇਸ ਅਰਦਾਸ ਨਾਲ ਸਰਦਾਰ ਸਾਹਿਬ, ਗੱਲ ਇਹ ਹੈ ਕਿ ਜਦੋਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਵਫਦ ਮਿਲਣ ਜਾਂਦਾ ਜੀ, ਉਹ ਸਾਰੇ ਉਹ ਲੋਕ ਨੇ ਜਿਹੜੇ ਕਦੇ ਬਾਦਲ ਦਲ ਦਾ ਹਿੱਸਾ ਸਨ ਜੀ, ਅੱਜ ਉਹ ਬਾਦਲ ਦਲ ਦੇ ਖਿਲਾਫ ਨੇ, ਸਿਆਸੀ ਲੜਾਈ ਲੜ ਰਹੇ ਨੇ। ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਨੂੰ ਆਪਣੇ
ਬੁਲਾ ਕੇ ਦਫ਼ਤਰ ਦੇ ਵਿੱਚ ਬੜੇ ਸਤਿਕਾਰ ਸਹਿਤ ਗੱਲ ਕਰ ਰਹੇ ਨੇ, ਕਿਉਂਕਿ ਉਹਨਾਂ ਦਾ ਰੁਤਬਾ ਥੋੜਾ ਜਿਹਾ ਮਹਿਸੂਸ ਹੁੰਦਾ ਹੈ ਜੀ। ਲੇਕਿਨ ਉਹ ਵੀ ਗੁਰੂ ਦੀ ਗੱਲ ਕਰਨ ਗਏ ਨੇ, ਉਸੇ ਜਾਂਚ ਦੀ ਉਹ ਗੱਲ ਕਰ ਰਹੇ ਨੇ, ਉਸੇ ਦੀ ਗੱਲ ਕਰਨ ਇਹ ਆਏ ਨੇ। ਲੇਕਿਨ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਪਾਬੰਦੀਆਂ ਆਇਦ ਕਰ ਦਿੱਤੀਆਂ ਜਾਂਦੀਆਂ। ਨਹੀਂ ਸਰਦਾਰ ਜੀ ਦੇਖੋ, ਇੱਕ ਚੀਜ਼ ਸਮਝੋ। ਮੰਜੀ ਸਾਹਿਬ ਦਵਾ ਦਾ ਨਹੀਂ ਮੇਰੀ ਗੱਲ ਸਮਝੋ। ਹਰ ਚੀਜ਼ ਨੂੰ ਆਪਣੇ ਲੌਜੀਕ 'ਚ ਨਾ ਢਾਲੀਏ। ਕੁਝ ਸੱਚ ਨੇ, ਉਹ ਜਿਹੜੇ ਡੈਮੋਕ੍ਰੈਟਿਕ ਅਕਾਲੀ ਦਲ ਦੇ ਲੋਕ ਗਏ ਆ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਸੁਣ ਰਹੇ ਆ ਜੀ, ਉਹ ਦੋਨੇ ਹੀ ਆਪਣੀਆਂ ਫੋਟੋਆਂ ਦੇ ਰਹੇ ਆ। ਹਾਂ ਦੇਖੋ, ਮੰਨਣਾ ਪਊਗਾ। ਬਿਲਕੁਲ, ਇੱਥੇ ਫੋਟੋ ਖਿਚਾਈ ਜਾ ਸਕਦੀ ਸੀ। ਫੇਸਬੁੱਕ ਦੇ ਉੱਤੇ ਲਾਈਵ ਹੋ ਰਹੇ ਦੋਵੇਂ ਧਿਰਾਂ। ਢੀਂਡਸਾ ਸਾਹਿਬ ਵੀ ਬਿਆਨ ਉਹ ਆਪਣੀ ਫੇਸਬੁੱਕ ਤੇ ਦੇ ਰਹੇ। ਬਿਲਕੁਲ ਠੀਕ ਹੈ ਜੀ। ਲੇਕਿਨ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਜੇ ਟਕਰਾਅ ਦੀ ਸੰਭਾਵਨਾ ਬਣਦੀ ਹੋਵੇ ਤੇ ਅਸੀਂ ਬੜੇ ਸੰਕਟਾਂ ਚੋਂ ਨਿਕਲ ਕੇ ਆਏ ਆ। ਹੁਣ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਸਰਦਾਰ ਸਾਹਿਬ, ਮੈਂ ਮੱਥਾ ਟੇਕਣ ਜਾਵਾਂ ਤੇ ਮੈਨੂੰ ਅੱਗੋਂ ਇਹ ਡਰ ਹੋਵੇ ਕਿ ਕੋਈ ਮੇਰੀ ਧੌਣ ਨਾ ਲਾ ਦੇ ਜਾਂ ਅਣਜਾਣੇ ਦੇ ਵਿੱਚ ਮੇਰਾ ਸਿਰ ਨਾ ਬਣ। ਇਹੋ ਹੀ ਤੇ ਗੱਲ ਮੈਂ ਕਹਿ ਰਿਹਾ, ਜੇ ਉੱਥੇ ਇੰਨੀ ਫਰਾਖ ਦਿਲੀ ਦਿਖਾਈ ਜਾ ਸਕਦੀ ਸੀ ਜੀ, ਜੇ ਉੱਥੇ ਫਰਾਖ ਦਿਲੀ ਦਿਖਾਈ ਜਾ ਸਕਦੀ ਸੀ ਤੇ ਪਹਿਲੀ ਗੱਲ ਤੇ ਜਿਸ ਦਿਨ ਉਹਨਾਂ ਨੇ ਐਲਾਨ ਕੀਤਾ ਸੀ ਉਸੇ ਦਿਨ ਰਾਬਤਾ ਕਾਇਮ ਹੁੰਦਾ ਕਿ ਭਾਈ ਮੈਂ ਬੈਠ ਕੇ ਗੱਲ ਕਰਾਂਗੇ। ਤੁਸੀਂ ਮੇਰੇ ਨਾਲੋਂ ਜ਼ਿਆਦਾ ਖੋਜੀ ਜਰਨਲਿਸਟ ਹੋ, ਮੈਂ ਤਾਂ ਪੱਤਰਕਾਰ ਨਹੀਂ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਤੁਸੀਂ ਕਨਫਰਮ ਕਰ ਲਿਓ, ਸਾਡੀ ਗੱਲ ਨਹੀਂ ਹੋਈ ਇਸ ਮਾਮਲੇ 'ਚ। ਸ਼੍ਰੋਮਣੀ ਕਮੇਟੀ ਔਰ ਸਤਕਾਰ ਕਮੇਟੀ ਦੇ ਵਿੱਚ 2 ਤੋਂ 3 ਮੀਟਿੰਗਾਂ ਦਾ ਦੌਰ ਚੱਲਦਾ ਹੈ। ਆਖਰ ਸਾਨੂੰ ਜਿਹੜੀਆਂ ਪਰਦੇ ਪਿਛਲੀਆਂ ਗੱਲਾਂ ਨੇ, ਜੇ ਅਸੀਂ ਉਹ ਕਰਦੇ ਆ ਚੰਗਾ ਨਹੀਂ ਲੱਗਦਾ। ਇਹ ਅਧਿਕਾਰੀਆਂ ਦੇ ਪੱਧਰ ਤੇ ਸ਼੍ਰੋਮਣੀ ਕਮੇਟੀ ਔਰ ਉਧਰੋਂ ਸਤਕਾਰ ਕਮੇਟੀ 'ਚ ਗੱਲ ਕਿੱਥੇ ਜਾ ਕੇ ਅੜਦੀ, ਸਾਰੀ ਈਗੋ ਦੀ। ਇੱਕ ਧਿਰ ਕਹਿੰਦੀ ਸੀ ਸਾਡੀ ਖਬਰ ਬਣਨੀ ਚਾਹੀਦੀ ਹੈ, ਦੂਜੀ ਕਹਿੰਦੀ ਸੀ ਸਾਡੀ ਇੱਜ਼ਤ ਬਚਣੀ ਚਾਹੀਦੀ ਹੈ। ਜੀ ਇੱਕ ਧਿਰ ਨੇ ਫਿਰ ਜਿਹੜੀ ਖਬਰ ਬਣਾਉਣ ਵਾਸਤੇ ਆਏ ਸੀ ਉਹਨਾਂ ਨੂੰ ਰੋਕ ਕੱਤਿਆ। ਆਖਰਕਾਰ ਤੇ ਫਿਰ ਲੜਾਈ ਭਾਜੀ ਕਾਦੀ ਹੈ? ਨਹੀਂ, ਲੜਾਈ ਦੇ ਵਿੱਚ ਮੈਨੂੰ ਤਾਂ ਸਰਦਾਰ ਸਾਹਿਬ ਜਿਨ੍ਹਾਂ ਦੇ ਬਿਨਾਂ ਸਰਦਾ ਨਹੀਂ, ਜਿਸ ਮੀਡੀਆ ਬਿਨਾਂ ਸਰਦਾ ਨਹੀਂ ਸੀ ਜੀ, ਦੋਵਾਂ ਧਿਰਾਂ ਦਾ ਨਹੀਂ ਸੀ ਸਰਦਾ, ਨਾ ਉਹਨਾਂ ਦਾ ਤੇ ਨਾ ਉਹਨਾਂ ਦਾ। ਤੇ ਜਦੋਂ ਉਹ ਆਪਣੇ ਕੰਮ ਕਰਨ ਲਈ ਆ ਗਏ ਘਰੋਂ ਤੇ ਫਿਰ ਇਹਨਾਂ ਨੂੰ ਰੋਕ ਦਿਓ। ਸਰਦਾਰ ਸਾਹਿਬ, ਮੀਡੀਆ ਦਾ ਵੀ 2 ਦਿਨ ਬਾਅਦ ਸਮਝੌਤਾ ਹੋ ਜਾਣਾ। ਮੀਡੀਆ ਦਾ ਕਿੱਥੇ ਸਰਦਾ ਇਹਨਾਂ ਬਣਾ? ਨਹੀਂ, ਜਦੋਂ 2014 ਚ ਇਹੋ ਹੀ ਜਿਹੜੇ ਐਡੀਸ਼ਨਲ ਸਕੱਤਰ ਨੇ ਉਸ ਵੇਲੇ ਦੇ ਮੈਨੇਜਰ ਸਨ ਦਰਬਾਰ ਸਾਹਿਬ ਦੇ, ਉਸ ਵੇਲੇ ਵੀ ਨੰਗੀ ਲੈ ਕਿਰਪਾਨ ਲੈ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਵਾਲੇ ਸਨ। ਅੱਜ ਵੀ ਉਸੇ ਹਾਲਤ ਤੁਰੇ ਫਿਰਦੇ ਸਨ। ਉਦੋਂ ਮੈਨੇਜਰ ਤੋਂ ਮੀਤ ਸਕੱਤਰ ਤੋਂ ਐਡੀਸ਼ਨਲ ਸਕੱਤਰ ਬਣ ਗਏ, ਹੁਣ ਸਕੱਤਰ ਬਣ ਜਾਣਗੇ। ਪ੍ਰਮੋਸ਼ਨ ਤੇ ਹੋਣੀ ਆ। ਸਰਦਾਰ ਜੀ, ਮੈਂ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਨਹੀਂ ਕਰਦਾ। ਮੈਂ ਉਹੀ ਕਿਹਾ, ਕੋਈ ਵੀ ਹੋਵੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਅਸੀਂ ਸਿਰਾਂ ਨੂੰ ਫੜਨ ਲੱਗੇ ਤੇ ਔਖੇ ਹੋਵਾਂਗੇ। ਗੱਲ ਇਹ ਆ ਕਿ ਜਿੱਥੇ ਤੁਸੀਂ ਕਰ ਰਹੇ ਹੋ ਉਹ ਗੱਲ ਠੀਕ ਨਹੀਂ। ਜਿਹਨੇ ਪਾਬੰਦੀਆਂ ਲਾਈਆਂ, ਜਿਹਨੇ ਟੀਨਾਂ ਲਾਈਆਂ, ਰਾਹ ਬੰਦ ਕੀਤੇ, ਉਹ ਵੀ ਗਲਤ ਹੈ। ਉਹ ਗਲਤ ਹੈ। ਔਰ ਜਿਨ੍ਹਾਂ ਲੋਕਾਂ ਨੇ ਉੱਥੇ ਹੁੱਲੜਬਾਜ਼ੀ ਕੀਤੀ ਆ, ਉਹਨਾਂ ਨੇ ਸਿੱਖਾਂ ਦਾ ਧੌਣ ਸਿਰ ਨੀਵਾ ਕੀਤਾ ਹੈ। ਔਰ ਦੋਵੇਂ ਧਿਰਾਂ ਸੁਹਿਰਦ ਨਹੀਂ, ਜਿਹੜੀਆਂ ਗਈਆਂ ਨੇ ਕੁਝ ਤਾਂ ਤਮਾਸ਼ਬੀਨ ਨੇ, ਜਿਹੜੇ 2 ਵਿੱਚੋਂ ਫੋਟੋਆਂ 4 ਉੱਭਰ ਕੇ ਆਉਣੇ ਆ, ਉਹਨਾਂ ਨੇ ਵੀ ਕਿਸੇ ਜਗ੍ਹਾ ਦੀ ਕੋਈ ਮਾੜੀ ਮੋਟੀ ਪੰਚੀ ਸਰਪੰਚੀ ਲੈ ਲੈਣੀ ਆ। ਲੇਕਿਨ ਜਿਹੜਾ ਸ਼ਰਮ ਨਾਲ ਸਿਰ ਝੁਕਦਾ ਹੈ ਸਾਡੇ ਲੋਕਾਂ ਦਾ, ਲਾਂਤ ਹੈ ਕਿ ਸਿੱਖਾਂ ਨੂੰ ਇਸ ਤਰ੍ਹਾਂ ਦੀ ਲੀਡਰਸ਼ਿਪ ਮਿਲੀ ਜਿਹੜੀ ਪ੍ਰਬੰਧ ਵੀ ਪ੍ਰੋਪਰ ਨਹੀਂ ਕਰ ਸਕਦੀ। ਸਾਨੂੰ ਇਹ ਗੱਲ ਕਹਿੰਦਿਆਂ ਕੋਈ 2 ਰਾਵਾਂ ਨਹੀਂ, ਕਿਸੇ ਵੇਲੇ ਇਹ ਸ਼ਬਦ ਮੈਂ ਵਾਪਸ ਲੈਣਾ, ਲਾਂਤ ਸ਼ਬਦ ਕਿਹਾ। ਲੇਕਿਨ ਉਹ ਧਿਰਾਂ ਜਿਨ੍ਹਾਂ ਦਾ ਕੋਈ ਬਹੁਤਾ ਜ਼ਿਆਦਾ, ਜਿਹੜਾ ਜੇ ਮੈਂ ਕਵਾਂ ਕਿਸੇ ਨੂੰ ਵੀ ਤੁਸੀਂ ਅੱਜ ਦੇ ਦਿਨ 'ਚ ਕਹਿ ਲਓ ਕਿ ਉਹ ਸਿੱਖ ਸਿਧਾਂਤ ਦੇ ਬਾਰੇ 'ਚ ਕਲੀਅਰ ਕਰਦੇ, ਰਹਿਤ ਮਰਿਆਦਾ 'ਚ ਕਲੀਅਰ ਕਰਦੇ, ਅਕਾਲ ਤਖਤ ਸਾਹਿਬ ਦੇ ਕਨਸੈਪਟ ਦੀ ਗੱਲ ਕਰਦੇ, ਕਿਸੇ ਨੂੰ ਕੱਖ ਨਹੀਂ ਪਤਾ। ਲੇਕਿਨ ਇੱਕ ਗੱਲ ਪਤਾ ਹੈ ਵੀ ਅਸੀਂ ਵਿਰੋਧ ਕਰ ਸਕਦੇ ਹਾਂ, ਸਾਨੂੰ ਵਿਰੋਧ ਕਰਨਾ ਆਉਂਦਾ ਔਰ ਉਸ ਵਿਰੋਧ ਦੇ ਵਿੱਚੋਂ ਅਸੀਂ ਲੀਡਰ ਬਣ ਸਕਦੇ ਹਾਂ। ਸੋ ਸ਼੍ਰੋਮਣੀ ਕਮੇਟੀ ਜਿੱਥੇ ਪ੍ਰਬੰਧ ਕਰਨ 'ਚ ਅਸਫਲ ਹੋਈ ਆ, ਉੱਥੇ ਉਹ ਜਥੇਬੰਦੀਆਂ ਜਿਹੜੀਆਂ ਗੁਰੂ ਘਰ ਦੇ ਕੋਲ ਜਾ ਕੇ ਜਾਂ ਵਿੱਚ ਜਾ ਕੇ ਫੋਟੋ ਖਿਚਾਉਣਾ ਚਾਹੁੰਦੀਆਂ, ਉਹ ਵੀ ਮਾੜੀਆਂ। ਜੇ ਗੁਰੂ ਮਹਾਰਾਜ ਦੇ ਸਤਿਕਾਰ ਦਾ ਇੰਨਾ ਹੀ ਫਿਕਰ ਹੈ ਤੇ ਫਿਕਰ ਉਸ ਦਸਤਾਰ ਦਾ ਵੀ ਕਰੋ ਜਿਹੜੀ ਗੁਰੂ ਨੇ ਦਿੱਤੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।